ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਇੱਕ ਅਰਥ ਕਰਾਂਗੇ। ਅੱਜ ਗੌੜੀ ਗਵਾਰਰੀ ਮਹੱਲੇ ਪਹਿਲੇ ਦੀ ਤੀਜੀ ਅਸਲੀ ਦੀ ਵਾਰੀ ਹੈ ਜੀ। ਗੌੜੀ ਗਵਾਰਰੀ ਮਹੱਲਾ ਪਹਿਲਾ। ਨਾ ਮਨ ਮਰੇ ਨਾ ਕਾਰਜ ਹੋਏ, ਮਨ ਵਸ ਦੂਤਾ ਦੁਰਮਤ ਦੋਏ। ਮਨ ਮਾਨੇ ਗੁਰ ਤੇ ਇਕ ਹੋਏ, ਨਾ ਮਨ ਮਰੇ ਨਾ ਕਾਰਜ ਹੋਏ। ਮਨ ਵਸ ਦੂਤਾ ਦੁਰਮਤ ਦੋਏ, ਮਨ ਮਾਨੇ ਗੁਰ ਤੇ ਇਕ ਹੋਏ। ਨਿਰਗੁਣ ਰਾਮ ਗੁਣ ਵਸ ਹੋਏ, ਆਪ ਨਿਵਾਰ ਵਿਚਾਰੇ ਸੋਏ ਰਹਾਓ। ਮਨ ਭੂਲੋ ਬਹੁ ਚਿਤੇ ਵਿਕਾਰ, ਮਨ ਭੂਲੋ ਸਿਰ ਆਵੇ ਪਾਰ। ਮਨ ਮਾਨੇ ਹਰ ਏਕ ਅੰਕਾਰ, ਮਨ ਭੂਲੋ ਮਾਇਆ ਕਰ ਜਾਏ। ਕਾਮ ਬਿਰਦਿਓ ਰਹੇ ਨ ਠਾਏ, ਹਰ ਭਜ ਪ੍ਰਾਣੀ ਰਸਨ ਰਸਾਏ। ਗੈਵਰ ਹੈਵਰ ਕੰਚਨ ਸੁਤ ਨਾਰੀ, ਬਹੁ ਚਿੰਤਾ ਬਿੜ ਚਾਲੇ ਹਾਰੀ। ਜੂਏ ਖੇਲਣ ਕਾਚੀ ਸਾਰੀ, ਸੰਪਿਓ ਸੰਚੀ ਪੈ ਵਿਕਾਰ। ਹਰਖ ਸੋਗ ਊਬੇ ਦਰਬਾਰ, ਸੂਖ ਸਹਿਜੇ ਜਪ ਹਿਰਦੈ ਮੁਰਾਰ। ਨਦਰ ਕਰੇ ਤਾਂ ਮੇਲ ਮਿਲਾਏ, ਗੁਣ ਸੰਗ੍ਰਹਿ ਔਗਣ ਸ਼ਬਦ ਜਲਾਏ। ਗੁਰਮੁਖ ਨਾਮ ਪਦਾਰਥ ਪਾਏ, ਬਿਨ ਨਾਵੇ ਸਭ ਦੁਖ ਨਿਵਾਸ। ਮਨਮੁਖ ਮੂੜ ਮਾਇਆ ਚਿਤਵਾਸ, ਗੁਰਮੁਖ ਗਿਆਨ ਧਿਆਨ ਕਰਮ ਲਖਿਆਸ। ਮਨ ਚੰਚਲ ਤਾਵਤ ਫੁਨ ਤਾਵੈ, ਸਾਚੇ ਸੂਚੇ ਮੇਲ ਨ ਪਾਵੈ। ਨਾਨਕ ਗੁਰਮੁਖ ਹਰ ਗੁਣ ਗਾਵੈ, ਮਨ ਚੰਚਲ ਤਾਵਤ ਫੁਨ ਤਾਵੈ। ਸਾਚੇ ਸੂਚੇ ਮੈਲ ਨ ਪਾਵੈ, ਨਾਨਕ ਗੁਰਮੁਖ ਹਰ ਗੁਣ ਗਾਵੈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਮਨੁੱਖੀ ਮਨ ਨਾ ਕਿਸੇ ਕਾਰਜਾਂ, ਸੰਕਲਪਾਂ ਅਤੇ ਵਿਕਲਪਾਂ ਤੋਂ ਮਰਦਾ ਹੈ ਜੀ, ਅਤੇ ਨਾ ਹੀ ਇਸ ਮਨ ਦਾ ਕੋਈ ਮੁਕਤੀ ਵਾਲਾ ਕੰਮ ਪੂਰਾ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਮਨੁੱਖੀ ਮਨ ਆਪਣੀ ਖੋਟੀ ਮੱਤ ਅਤੇ ਦਵੈਤ ਭਾਵ ਕਰਕੇ ਪੰਜ ਦੂਤਾਂ ਭਾਵ ਪੰਜ ਦੂਤਾਂ ਕਾਮਦਾਇਕ ਵੈਰੀਆਂ ਦੇ ਵਸ ਵਿੱਚ ਫਸਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਇਹ ਮਨ ਗੁਰੂ ਦੀ ਸਿੱਖਿਆ ਦੁਆਰਾ ਮੰਨਦਾ ਹੈ ਜੀ, ਭਾਵ ਕਾਬੂ ਵਿੱਚ ਆਉਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਇਹ ਮਨ ਇੱਕ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦਾ ਸੇਵਕ ਬਣ ਕੇ ਪਰਮੇਸ਼ਰ ਨਾਲ ਇੱਕ ਹੋ ਜਾਂਦਾ ਹੈ ਜੀ, ਭਾਵ ਉਸ ਨਾਲ ਲਿਵ ਲਗਾਉਂਦਾ ਹੈ ਜੀ, ਜੁੜ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਮਨ ਤਿੰਨਾਂ ਕੁਲਾਂ ਤੋਂ ਨਿਰਲੇਪ ਪਰਮੇਸ਼ਰ ਭਗਤੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣਾਂ ਨਾਲ ਵਸ ਵਿੱਚ ਆਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜਿਹੜੇ ਮਨੁੱਖ ਆਪਣੇ ਵਿਕਾਰ ਅਤੇ ਹੰਕਾਰ ਦੂਰ ਕਰੇ, ਫਿਰ ਗੁਰੂ ਜੀ ਕਹਿੰਦੇ ਹਨ, ਫਿਰ ਉਹਨਾਂ ਗੁਰਮੁਖਾਂ ਨੂੰ ਕਰਤਾ ਪੁਰਖ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਵਿਚਾਰ ਕਰੇ, ਭਾਵ ਆਪਣੇ ਮਨ ਵਿੱਚ ਵਸਾਏ। ਫਿਰ ਗੁਰੂ ਜੀ ਕਹਿੰਦੇ ਤਾਂ ਉਸਨੂੰ ਇਹ ਸੋਝੀ ਆਉਂਦੀ ਹੈ ਜੀ, ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਇਹ ਮਾਇਆਵੀ ਵਿਕਾਰ ਕਾਬੂ ਵਿੱਚ ਆ ਸਕਦੇ ਹਨ ਜੀ। ਤਾਂ ਹੀ ਸਾਨੂੰ ਉਸ ਪਰਮੇਸ਼ਰ ਦੀ, ਜੋ ਕਿ ਸਾਡੇ ਅੰਦਰ ਹੀ ਹੈ, ਦੀ ਸੋਝੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖੀ ਮਨ ਆਪਣੇ ਅਸਲ ਮੂਲ ਤੋਂ ਵਿਛੜਿਆ ਹੋਇਆ ਹੈ ਜੀ, ਭੁੱਲਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਕਰਕੇ ਇਹ ਮਨ
ਵਿਸ਼ੇ ਵਿਕਾਰਾਂ ਨੂੰ ਭੋਗਦਾ ਹੈ, ਚਿਤਵਦਾ ਭਾਵ ਖੁੱਭਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਮਨ ਪਾਪਾਂ ਵਿੱਚ ਭੁੱਲਿਆ ਹੋਇਆ ਹੈ ਜੀ, ਕਿ ਇਸ ਦਾ ਅਸਲੀ ਮਕਸਦ ਕੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਇਸ ਦੇ ਸਿਰ ਤੇ ਇਸ ਦੇ ਆਪਣੇ ਹੀ ਕੀਤੇ ਹੋਏ ਪਾਪਾਂ ਦਾ ਭਾਰ ਹਰ ਰੋਜ਼ ਹੋਰ ਵੱਧਦਾ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਇਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੰਨ ਜਾਏ ਤਾਂ ਉਸ ਏਕੰਕਾਰ ਪਰਮੇਸ਼ਰ ਹਰੀ ਦੇ ਦਰਸ਼ਨ ਕਰ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਮਨੁੱਖੀ ਮਨ ਵਿਕਾਰਾਂ ਵਿੱਚ ਫਸਿਆ ਆਪਣਾ ਅਸਲੀ ਘਰ ਨੂੰ ਭੁੱਲਿਆ ਹੋਇਆ ਹੋਣ ਕਰਕੇ ਪਰਮੇਸ਼ਰ ਦੇ ਦਰਬਾਰ ਨੂੰ ਛੱਡ ਕੇ ਭਾਵ ਆਪਣਾ ਅਸਲ ਘਰ ਨੂੰ ਛੱਡ ਕੇ ਮਾਇਆ ਦੇ ਘਰ ਵਿੱਚ ਫਸਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਾਮ ਵਾਸ਼ਨਾਵਾਂ ਵਿੱਚ ਫਸਿਆ ਹੋਇਆ ਮਨ ਇੱਕ ਥਾਂ ਤੇ ਟਿਕ ਕੇ ਨਹੀਂ ਬੈਠ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਪ੍ਰਾਣੀਓ ਤੁਸੀਂ ਆਪਣੀ ਰਸਨਾ ਨਾਲ ਭਾਵ ਰਸ ਲੈ ਲੈ ਕੇ ਸਵਾਦ ਲੈ ਲੈ ਕੇ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਜਪੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਨੁੱਖੀ ਮਨ ਹਾਥੀ ਘੋੜੇ ਸੋਨਾ ਪੁੱਤਰ ਇਸਤਰੀ ਪਰਿਵਾਰ ਆਦਿ ਭਾਵ ਮਾਇਆਵੀ ਵਿਕਾਰਾਂ ਵਿੱਚ ਬੜੀ ਚਿੰਤਾਵਾਂ ਵਿੱਚ ਫਸਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਕਰਕੇ ਇਹ ਆਪਣੇ ਜੀਵਨ ਦੀ ਬਾਜੀ ਦਾ ਮੈਦਾਨ ਪਿੜ ਭਾਵ ਜ਼ਿੰਦਗੀ ਨੂੰ ਹਾਰ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਇਸ ਸੰਸਾਰ ਤੋਂ ਇਸ ਤਰ੍ਹਾਂ ਅਜਾਇਆ ਹੀ ਚਲਾ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਇਸ ਤਰ੍ਹਾਂ ਦੀ ਜੂਏ ਦੀ ਖੇਡ ਖੇਡ ਕੇ ਆਪਣਾ ਜੀਵਨ ਬੇਕਾਰ ਕਰ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਕਰਕੇ ਇਸ ਦੀ ਜ਼ਿੰਦਗੀ ਕਾਚੀ ਭਾਵ ਕੱਚੀ ਹੀ ਰਹਿ ਜਾਂਦੀ ਹੈ ਜੀ, ਭਾਵ ਅਸਫਲ ਜੀਵਨ ਜਿਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵ ਨੇ ਜਿਤਨੀ ਧਨ ਦੌਲਤ ਆਦਿ ਇਕੱਠੀ ਕੀਤੀ ਸੀ ਉਸਦੇ ਉਤਨੇ ਹੀ ਜ਼ਿਆਦਾ ਵਿਕਾਰ ਪੈਦਾ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਕਰਕੇ ਹਰਖ ਸੋਗ ਭਾਵ ਇਸ ਨੂੰ ਖੁਸ਼ੀਆਂ ਤੇ ਗਮੀਆਂ ਚਿੰਤਾ ਹਰ ਵੇਲੇ ਇਸ ਦੇ ਦਰਬਾਰ ਭਾਵ ਇਸ ਨੂੰ ਹਰ ਵੇਲੇ ਸਤਾਉਂਦੀ ਰਹਿੰਦੀ ਹੈ ਜੀ। ਇਸ ਦੇ ਦਰਵਾਜ਼ੇ ਉੱਤੇ ਖੜੇ ਰਹਿੰਦੇ ਹਨ ਜੀ, ਭਾਵ ਹਮੇਸ਼ਾ ਤੰਗ ਕਰਦੀ ਰਹਿੰਦੀ ਹੈ ਜੀ, ਭਾਵ ਇਸ ਦਾ ਖਹਿੜਾ ਨਹੀਂ ਛੱਡਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੁਰਾਰੀ ਰੂਪ ਪਰਮੇਸ਼ਰ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਜਪ ਕੇ ਇਹ ਮਨੁੱਖੀ ਮਨ ਸਹਿਜੇ ਹੀ ਸੱਚਾ ਸੁੱਖ ਪ੍ਰਾਪਤ ਕਰ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਜੇ ਪਰਮੇਸ਼ਰ ਦੀ ਨਜ਼ਰ ਭਾਵ ਮੇਰ ਦੀ ਨਜ਼ਰ ਪਰਮੇਸ਼ਰ ਕਰੇ ਤੇ ਕਿਰਪਾ ਕਰੇ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮਿਲ ਕੇ ਗੁਰਮੁਖ ਜੀਵਾਂ ਦੇ ਗੁਰਮੁਖ ਜੀਵ ਉਹ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਜਿਹੇ ਗੁਰਮੁਖ ਗੁਣਾਂ ਨੂੰ ਇਕੱਠੇ ਕਰਦੇ ਹਨ ਅਤੇ ਆਪਣੇ ਸਿਰ ਤੋਂ ਔਗਣਾਂ ਨੂੰ ਭਾਵ ਵਿਕਾਰਾਂ ਨੂੰ
ਗੁਰੂ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਾੜ ਦਿੰਦੇ ਹਨ ਜੀ, ਭਾਵ ਕਾਬੂ ਵਿੱਚ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਨੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਇਹ ਇਤਨਾ ਸੁੰਦਰ ਪਦਾਰਥ ਪ੍ਰਾਪਤ ਕੀਤਾ ਹੈ ਜੀ, ਜੋ ਅਸਲ ਸੱਚ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਸਭ ਦੁੱਖਾਂ ਦਾ ਹੀ ਵਾਸਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਮਨਮੁਖ ਮੂਰਖ ਦੇ ਮਾਇਆ ਚਿੱਤ ਦਾ, ਭਾਵ ਇਸ ਦਾ ਚਿੱਤ ਮਾਇਆਵੀ ਵਿਕਾਰਾਂ, ਮਾਇਆ ਵਿੱਚ ਵਾਸਾ ਹੋਣ ਕਰਕੇ ਹਮੇਸ਼ਾ ਮਾਇਆ ਵਿੱਚ ਹੀ, ਮੋਹ ਮਾਇਆ ਵਿੱਚ, ਮਾਇਆਵੀ ਵਿਕਾਰਾਂ ਵਿੱਚ ਹੀ ਫਸਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਗਿਆਨ ਤਾਂ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਇਸ ਦੇ ਮੱਥੇ ਉੱਤਰ ਭਾਵ ਕਰਮਾਂ ਵਿੱਚ ਧੁਰੋਂ ਲਿਖਿਆ ਹੋਵੇ ਜੀ, ਭਾਵ ਜੇ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮਾਇਆਵੀ ਵਿਕਾਰਾਂ ਨੂੰ ਕਾਬੂ ਕਰਕੇ ਅੱਛੇ ਕਰਮ ਕਰੀਏ ਜੀ, ਉਸ ਸੱਚ ਨਾਲ ਜੁੜੀਏ ਜੀ, ਉਸ ਤਰ੍ਹਾਂ ਦਾ ਜੀਵਨ ਜੀਵੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਮਨੁੱਖੀ ਮਨ ਬਹੁਤ ਚੰਚਲ ਹੈ ਜੀ, ਅਤੇ ਸਾਰੇ ਪਾਸੇ ਹੀ ਇਹ ਦੌੜਦਾ ਫਿਰਦਾ ਹੈ ਜੀ, ਭਾਵ ਇਸ ਨੂੰ ਚੈਨ ਨਹੀਂ ਆਉਂਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਮੁੜ ਮੁੜ ਕੇ ਬਾਰ ਮਾਇਆਵੀ ਵਿਕਾਰਾਂ ਵੱਲ ਦੌੜਦਾ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜਿਹੜੇ ਗੁਰਮੁਖ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਕੇ ਸੁੱਚੇ ਪਵਿੱਤਰ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਨੂੰ ਮੈਲਾ ਮਨ ਚੰਗਾ ਨਹੀਂ ਲੱਗਦਾ ਜੀ, ਭਾਵ ਉਹਨਾਂ ਨੂੰ ਫਿਰ ਵਿਕਾਰਾਂ ਵੱਲ ਜਾਣਾ ਚੰਗਾ ਨਹੀਂ ਲੱਗਦਾ ਜੀ, ਕਿਉਂਕਿ ਉਹਨਾਂ ਨੂੰ ਸੋਝੀ ਹੋ ਜਾਂਦੀ ਹੈ ਕਿ ਇਹ ਵਿਕਾਰਾਂ ਨੇ ਕਿਸੇ ਪਾਸੇ ਜੋਗਾ ਨਹੀਂ ਰਹਿਣ ਦੇਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਹਮੇਸ਼ਾ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਅਸਲ ਸੱਚ ਨਾਲ ਜੁੜਦੇ ਹਨ ਜੀ, ਭਾਵ ਉਹ ਆਪਣੇ ਆਪ ਨੂੰ ਪਛਾਣ ਕੇ ਉਸ ਪਰਮੇਸ਼ਰ ਦਾ ਹੀ ਉਸ ਇੱਕ ਦਾ ਅੰਸ਼ ਬਣ ਜਾਂਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਪਰਮੇਸ਼ਰ ਗੁਰਮੁਖ ਭਗਤਾਂ ਦੇ ਮਨ ਵਸ ਵਿੱਚ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਉਹਨਾਂ ਗੁਰਮੁਖਾਂ ਵਿੱਚ ਭਗਤੀ ਦੇ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਸਮਾਏ ਹੋਏ ਹੁੰਦੇ ਹਨ ਜੀ, ਪ੍ਰਵੇਸ਼ ਕਰ ਗਏ ਹੁੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਸ਼ਬਦ ਦੀ ਰਹਾਉ ਦੀ ਪੰਕਤੀ ਇਸ ਦੀ ਉਦਾਹਰਨ ਹੈ ਜੀ। ਜਿਸ ਤਰ੍ਹਾਂ ਇਸ ਪੰਕਤੀ 'ਚ ਗੁਰੂ ਜੀ ਕਹਿੰਦੇ ਹਨ, ਨਿਰਗੁਣ ਰਾਮ ਗੁਣੇ ਵਸ ਹੋਏ, ਨਿਰਗੁਣ ਰਾਮ ਗੁਣ ਵਸ ਹੋਏ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਨਾਲ ਇਹ ਸ਼ਰਤ ਵੀ ਰੱਖੀ ਹੈ ਜੀ ਕਿ ਆਪ ਨਿਵਾਰ ਵਿਚਾਰੇ ਸੋਏ, ਆਪ ਨਿਵਾਰ ਵਿਚਾਰੇ ਸੋਏ। ਫਿਰ ਗੁਰੂ ਜੀ ਕਹਿੰਦੇ, ਜਦੋਂ ਤੱਕ ਵਿਕਾਰ ਕਾਬੂ ਵਿੱਚ ਨਹੀਂ ਆਉਂਦੇ, ਹੰਕਾਰ ਨਹੀਂ ਮਿਟਦਾ, ਹਉਮੈ ਦੂਰ ਨਹੀਂ ਹੁੰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਨੂੰ ਆਪੇ ਆਪ ਦੀ ਵਿਚਾਰ ਦੀ ਸੋਝੀ ਨਹੀਂ ਹੁੰਦੀ ਜੀ, ਨਹੀਂ ਹੋ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖੀ ਮਨ ਦਾ ਦੂਤਾਂ ਦੇ ਵਸੀਕਰਨ ਭਾਵ ਮਾਇਆਵੀ ਵਿਕਾਰਾਂ ਦੇ ਹੋਣ ਦਾ ਕਾਰਨ ਹੀ ਇਸ ਦੀ ਅਵਗਣਾ
ਭਰੀ ਅਥਵਾ ਖੋਟੀ ਮੱਤ ਅਤੇ ਇਸ ਦੇ ਵਿਕਾਰ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਨੁੱਖੀ ਮਨ ਮਾਇਆ ਦੇ ਘਰ ਵਿੱਚ ਰਹਿ ਕੇ ਬੜਾ ਖੁਸ਼ ਹੁੰਦਾ ਹੈ ਜੀ, ਕਿਉਂਕਿ ਉਹ ਚਮਕੀਲਾ ਦਮਕੀਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਉੱਥੇ ਇਸ ਨੂੰ ਹਾਰ ਸ਼ਿੰਗਾਰ, ਹਾਥੀ ਘੋੜੇ, ਸੋਨੇ ਤੇ ਗਹਿਣੇ, ਪੁੱਤਰ ਇਸਤਰੀਆਂ ਆਦਿ ਨੱਚਣ ਟੱਪਣ ਦਾ ਸਮਾਨ ਉਪਲਬਧ ਹੁੰਦਾ ਹੈ ਜੀ। ਭਾਵ ਵਿਕਾਰਾਂ ਵਿੱਚ ਫਸਿਆ ਇਸ ਨੂੰ ਇਹ ਸਾਰੀਆਂ ਚਮਕੀਲੀਆਂ ਦਮਕੀਲੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖ ਜੀਵ ਦਾ ਅਸਲੀ ਕੰਮ ਹੈ ਪਰਮੇਸ਼ਰ ਮਿਲਾਪ ਲਈ ਕੋਸ਼ਿਸ਼ ਕਰਨੀ, ਯਤਨ ਕਰਨਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਕਾਰਜ ਵਿੱਚ, ਇਸ ਕੰਮ ਵਿੱਚ ਇਸ ਨੂੰ ਸਫਲਤਾ ਤਾਂ ਮਿਲ ਸਕਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਮਨੁੱਖੀ ਜੀਵ ਆਪਣਾ ਮੰਦਾ ਸੁਭਾਅ ਤਿਆਗ ਦੇਵੇ, ਭਾਵ ਆਪਣੇ ਮਾਇਆਵੀ ਵਿਕਾਰਾਂ ਨੂੰ ਸਾੜ ਦੇਵੇ, ਕਾਬੂ ਵਿੱਚ ਕਰ ਲਵੇ ਜੀ, ਭਾਵ ਇਹਨਾਂ ਸੰਕਲਪਾਂ ਵਿਕਲਪਾਂ ਤੋਂ ਮੁਕਤ ਹੋ ਜਾਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਇਸ ਦੀ ਖੋਟੀ ਮੱਤ ਅਤੇ ਇਸ ਦੇ ਦਵੈਤ ਭਾਵ ਕਰਕੇ ਮਨ ਆਪਣੇ ਵੈਰੀਆਂ ਦੇ ਭਾਵ ਵਿਕਾਰਾਂ ਦੇ ਕਾਬੂ ਚੜ੍ਹਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਇਸ ਦੀਆਂ ਕਾਮਨਾਵਾਂ ਨੇ ਇਸ ਨੂੰ ਜਕੜਿਆ ਹੋਇਆ ਹੈ ਜੀ, ਕਾਬੂ ਕੀਤਾ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮਨੁੱਖੀ ਜੀਵ ਨੂੰ ਮਾਇਆ ਦੇ ਮੋਹ ਤੋਂ ਬਚਣ ਲਈ ਪਰਮੇਸ਼ਰ ਦੀ ਨਜ਼ਰ ਦਾ ਪਾਤਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ, ਜੋ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮਾਇਆਵੀ ਵਿਕਾਰਾਂ ਵਿੱਚ ਫਸੇ ਹੋਏ ਮਨ ਨੂੰ ਕਾਬੂ ਕਰਨ ਦਾ ਕੇਵਲ ਅਤੇ ਕੇਵਲ ਇਹੋ ਹੀ ਇੱਕ ਰਸਤਾ ਤਰੀਕਾ ਹੈ ਜੀ, ਜੋ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਹੈ ਜੀ, ਜੋ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਦਾ ਪਰਮੇਸ਼ਰ ਦੇ ਹਰੀ ਦੇ ਗੁਣ ਗਾਉਣੇ ਹਨ ਜੀ। ਜਿਨ੍ਹਾਂ ਨੂੰ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ, ਗੁਣ ਗਾਉਣ ਨਾਲ ਉਹਨਾਂ ਦੀ ਪਾਪਾਂ ਦੀ ਮੈਲ ਦੂਰ ਹੋ ਜਾਂਦੀ ਹੈ ਜੀ ਅਤੇ ਮਾਇਆਵੀ ਵਿਕਾਰ ਕਾਬੂ ਵਿੱਚ, ਭਾਵ ਇਹਨਾਂ ਵੈਰੀਆਂ ਉੱਤੇ ਕਾਬੂ ਪਾ ਸਕੀਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।